Hello everyone, you're watching Bottom Line with Apurva and today we have पुसू President Naval with us. Hi Naval. हेलो मैम। तो हमारा सबसे पहला क्वेश्चन ये होगा कि आपकी पार्टी में निर्जोग जो प्रेसिडेंट थे उनको एकदम से निकाल दिया गया, उसके पीछे क्या वजह थी? ਨਿਰਯੋਗ ਮਾਨ ਨੂੰ ਪਹਿਲਾਂ ਕਿਸੇ ਵੀ ਹਰਕਤ ਕਰਕੇ ਨਹੀਂ ਸੀ ਕੱਢਿਆ ਗਿਆ ਉਹਦੀਆਂ ਹਰਕਤਾਂ ਹੀ ਕੁਝ ਪਾਰਟੀ ਦੇ ਅਗੇਂਸਟ ਜਾਣ ਲੱਗ ਪਈਆਂ ਸੀਗੀਆਂ। ਪੁਸੂ ਇੱਕ ਚੀਜ਼ ਤੇ ਕੰਮ ਕਰਦੀ ਹੁੰਦੀ ਕਿ ਹਾਂ ਅਸੀਂ ਸਟੂਡੈਂਟ ਵੈਲਫੇਅਰ ਕਰਦੇ ਰਹਿਣਾ, ਸਟੂਡੈਂਟ ਰਿਲੇਟਡ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦੇ ਰਹਿਣਾ, ਪਰ ਇੱਕ ਬੰਦਾ ਜਿਹੜਾ ਪਾਰਟੀ ਦੇ ਵਿੱਚ ਗੈਰ ਹਾਜ਼ਰੀ ਰਹਿ ਗਿਆ, ਕਦੇ ਆਇਆ ਹੀ ਨਹੀਂ ਹੈਗਾ, ਪੂਰੇ ਸਾਲ ਇੱਕ ਵਾਰ ਕੌਂਸਲ ਇਲੈਕਸ਼ਨ ਜਿੱਤਣ ਤੋਂ ਬਾਅਦ ਚੋਂ ਸਾਹਮਣੇ ਨਹੀਂ ਆ ਰਿਹਾ ਹੈਗਾ ਕਿ ਕੰਮ ਹੀ ਨਹੀਂ ਕਰਵਾਉਣਾ ਆ ਰਿਹਾ ਹੈਗਾ ਬੱਚਿਆਂ ਦਾ, ਫਿਰ ਬੰਦਾ ਕੀ ਕਰੇਗਾ ਉਸ ਟਾਈਮ ਦੇ ਉੱਤੇ? ਤੇ ਫਿਰ ਉੱਤੋਂ ਡਿਮਾਂਡਿੰਗ ਇੱਕ ਲਾਲਚ ਪੈਦਾ ਹੋ ਜਾਂਦਾ ਕਿ ਹਾਂ ਇਸ ਤੋਂ ਬਾਅਦ ਚੋਂ ਮੈਨੂੰ ਅੱਗੇ ਕੀ ਮਿਲੇਗਾ। ਉਸ ਚੀਜ਼ ਆਪਾਂ ਕਿਸੇ ਲਾਲਚ ਦੇ ਉੱਤੇ ਨਹੀਂ ਕੰਮ ਕਰਦੀ ਗਈ ਪੁਸੂ। ਔਰ ਦੂਸਰੇ ਪਾਸੇ ਉਹਨੂੰ ਹਲਕਾ ਜਿਹਾ ਲਾਲਚ ਮਿਲਿਆ। ਪਿਛਲੇ ਸਾਲ ਉਹ ਸਪੀਚਾਂ ਦੇ ਵਿੱਚ ਸਭ ਤੋਂ ਵੱਧ ਜਾ ਕੇ ਕਹਿ ਰਿਹਾ ਸੀਗਾ ਕਿ ਮੇਰੇ ਫਾਦਰ ਦੀ ਪਾਰਟੀ ਹੈ, ਮੈਂ ਤਾਂ ਕਰਕੇ ਇਸ ਪਾਰਟੀ ਨਾਲ ਜੁੜਿਆ ਹੋਇਆ। ਅੱਜ ਕਿੱਥੇ ਗਈ ਉਹਦੇ ਫਾਦਰ ਦੀ ਯਾਦ? ਅੱਜ ਨਹੀਂ ਜੁੜੀ ਹੋਈ ਪੁਸੂ ਦੇ ਨਾਲ ਉਹਦੇ ਫਾਦਰ ਦੀ ਯਾਦ। ਅੱਜ ਵੀ ਉਹੀ ਸੋਚ ਦੇ ਉੱਤੇ ਪੁਸੂ ਦਾ ਕੰਮ ਕਰਦੀ ਪਈ ਹੈ, ਪਰ ਅੱਜ ਕਿਉਂ ਇਹਨੂੰ ਛੱਡ ਕੇ ਭੱਜ ਗਿਆ, ਇੱਕਦਮ ਦਗਾ ਦੇ ਕੇ ਚਲੇ ਗਿਆ ਸੀਗਾ, ਤਾਂ ਕਰਕੇ ਉਹਦੇ ਨਾਲ ਇਹੋ ਜਿਹਾ ਵਿਹਾਰ ਹੋਇਆ। तो आप कहना चाहते हो जितना भी उन्होंने अपने इंटरव्यूज में स्पीचेस में बोला कि वो ये करेंगे, उन्होंने वो नहीं किया? ਨਹੀਂ, ਖੁਦ ਇਨੀਸ਼ੀਏਟਿਵ ਕੁਛ ਨਹੀਂ ਸੀਗਾ ਗਾ, ਇੱਕ ਟੀਮ ਵਰਕ ਸੀਗਾ, ਸਾਰੀ ਟੀਮ ਲੱਗੀ ਹੋਈ ਸੀਗੀ, ਪਿਛਲੇ ਇੰਨੇ ਸਾਲਾਂ ਤੋਂ ਮਿਹਨਤ ਕਰਦੀ ਪਈ ਸੀ, ਜਿਹਦਾ ਰਿਜ਼ਲਟ ਪਿਛਲੇ ਇਲੈਕਸ਼ਨਸ ਦੇ ਵਿੱਚ ਅਸੀਂ ਦੇਖਿਆ ਹੈ ਤੇ ਅਸੀਂ ਉਹ ਕੌਂਸਲ ਫਤਿਹ ਕੀਤੀ ਸੀਗੀ। ओके अच्छा, तो नेक्स्ट क्वेश्चन हम आपसे पूछेंगे कि निशांत ने जब फ़ी हाइक वाला मुद्दा उठा तो निशांत ने बोला था कि वी सपोर्ट द फ़ी हाइक। जिस टाइम पे मीटिंग हुई थी वो अथॉरिटीज़ के साथ में बैठा था, ना कि उनके अगेंस्ट। क्या आपकी लड़ाई अथॉरिटीज़ के अगेंस्ट थी या आप उनके साथ थे? ਅਸੀਂ ਅਥਾਰਟੀਜ਼ ਦੇ ਵੀ ਅਗੇਂਸਟ ਸੀਗੇ, ਅਸੀਂ ਸਰਕਾਰਾਂ ਦੇ ਵੀ ਅਗੇਂਸਟ ਸੀਗੇ। ਨਿਸ਼ਾਂਤ ਨੇ ਕਦੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਹੈਗੀ ਕਿ ਉਹ ਫੀ ਹਾਈਕ ਨੂੰ ਸਪੋਰਟ ਕਰ ਰਿਹਾ। ਉਹਨੇ ਹਮੇਸ਼ਾ ਫੀ ਹਾਈਕ ਰੋਲ ਬੈਕ ਕਰਵਾਉਣ ਲਈ ਜਿੰਨੇ ਵੀ ਕਦਮ ਚੱਕ ਸਕਦਾ ਸੀਗਾ ਉਹਨੇ ਉਹ ਸਾਰੇ ਜਾ ਕੇ ਕੀਤੇ ਨੇ। ਜਦੋਂ ਐਮਰਜੈਂਸੀ ਮੀਟਿੰਗ ਹੋਣੀ ਸੀਗੀ, ਕਿਸੇ ਨੇ ਪ੍ਰੋਡਕਟਿਵ ਕਦਮ ਕੋਈ ਨਹੀਂ ਚੱਕਿਆ ਹੈਗਾ। 17-18 ਸੀਨੇਟਰਸ ਤੋਂ ਜਾ ਕੇ ਪਰਸਨਲੀ ਘਰੋਂ ਘਰੀ ਜਾ ਕੇ ਅਪਰੋਚ ਕੀਤਾ, ਸਾਈਨ ਕਰਵਾਏ ਕਿ ਇੱਕ ਐਮਰਜੈਂਸੀ ਮੀਟਿੰਗ ਕਾਲ ਕੀਤੀ ਜਾਵੇ। ਵਾਈਸ ਚਾਂਸਲਰ ਨੇ ਫਿਰ ਵੀ ਜਵਾਬ ਦਿੱਤਾ, ਤਾਂ ਜਾ ਕੇ ਉਹ ਖੁਦ ਭੁੱਖ ਹੜਤਾਲ 'ਤੇ ਬੈਠਾ ਹੋਇਆ ਸੀਗਾ। ਭੁੱਖ ਹੜਤਾਲ 'ਤੇ ਬੈਠਣ ਦੇ ਬਾਅਦ ਵੀਸੀ ਡਰ ਕੇ ਉਹਨੇ ਐਮਰਜੈਂਸੀ ਸੈਨੇਟ ਮੀਟਿੰਗ ਦੀ ਕਾਲ ਕੀਤੀ, ਜਿਹਦੇ ਵਿੱਚ ਜਾ ਕੇ ਫੀ ਹਾਈਕ ਰੋਲ ਬੈਕ ਹੋਈ। ਅਦਰਵਾਈਜ਼ ਬੜੀਆਂ ਪਾਰਟੀਆਂ ਇਸ ਚੀਜ਼ ਨੂੰ ਕ੍ਰੈਡਿਟ ਲਈ ਜਾ ਰਹੀਆਂ ਨੇ, ਪਰ ਜਿਹੜਾ प्रोडक्टिव काम ਸੀਗਾ ਉਹ ਨਿਸ਼ਾंत कौशल ने जाके ਕੀਤਾ ਸੀਗਾ ਉਸ ਟਾਈਮ ਦੇ ਉੱਤੇ। हमारे पास एक न्यूज़पेपर की क्लिपिंग है जिसमें निशांत ने बोला है कि वी शुड सपोर्ट द फ़ी हाइक। ਜੇ ਤਾਂ ਕਿਸੇ ਦੇ ਬਿਆਨ ਨੂੰ ਤੁਸੀਂ ਤੋੜ ਮਰੋੜ ਕੇ ਕਿਸੇ ਪਾਸੇ ਵੀ ਪੇਸ਼ ਕਰੀ ਜਾਓ ਤਾਂ ਗੱਲ ਵੱਖਰੀ ਹੈ, ਪਰ ਨਿਸ਼ਾਂਤ ਨੇ ਕਦੇ ਵੀ ਖੁੱਲ੍ਹ ਕੇ ਕਿਤੇ ਤੁਸੀਂ ਬੋਲਦੇ ਸੁਣਿਆ ਹੋਵੇ ਤਾਂ ਕਹਿ ਸਕਦੇ ਆ। ਉਹ ਜੇ ਕਿਸੇ ਨੇ ਮਿਸਅੰਡਰਸਟੈਂਡ ਕਰਕੇ ਕੋਈ ਚੀਜ਼ ਇੱਦਾਂ ਲਗਾਤੀ ਹੋਵੇ ਤਾਂ ਉਹ ਗੱਲ ਵੱਖਰੀ ਹੈ। ਕਦੇ ਨਿਸ਼ਾਂਤ ਕਿਉਂ, ਕੋਈ ਵੀ ਸਟੂਡੈਂਟ ਕਦੇ ਵੀ ਨਹੀਂ ਕਹੇਗਾ ਕਿ ਉਹ ਸਪੋਰਟ ਕਰੇਗਾ ਫੀ ਹਾਈਕ ਨੂੰ। ਕਦੇ ਕਾਉਂਸਲ ਬਣਦੀ ਕਾਹਦੇ ਲਈ? ਸਟੂਡੈਂਟਸ ਦੇ ਲਈ ਬਣਦੀ ਹੈ ਨਾ, ਜਿਹੜੇ ਸਟੂਡੈਂਟਸ ਦੇ ਰਾਈਟਸ ਦੇ ਲਈ ਖੜਿਆ ਹੋਵੇ। ਤਾਂ ਨਿਸ਼ਾਂਤ ਕਦੇ ਵੀ ਐਡਾ ਪਾਗਲ ਕੋਈ भी नहीं ਹੁੰਦਾ कि स्टूडेंट ਜਿਹੜਾ ਜਾ ਕੇ ਕਹੇਗਾ कि हाँ मैं ज़्यादा पैसे देवांगे ਇੱਥੇ आ के। नहीं, लेकिन जिस टाइम पे मीटिंग हुई थी काउंसिल और सारी पार्टीज के साथ वीसी और डीन की, उस टाइम पे निशांत वाज द ओनली वन जो वीसी के साथ बैठा था, ना कि उनके सामने। ਤਾਂ ਇੱਕ ਮੀਡੀਏਟਰ ਦਾ ਕੰਮ ਕਰ ਰਿਹਾ ਸੀਗਾ ਉਸ ਟਾਈਮ, ਜਿਹੜਾ ਸਕਫਲ ਚੱਲ ਰਿਹਾ ਸੀਗਾ ਆਪਣੇ ਅਥਾਰਟੀਜ਼ ਦੇ ਨਾਲ ਤੇ ਆਪਣੇ ਸਟੂਡੈਂਟਸ ਦੇ ਨਾਲ। ਉਸ ਟਾਈਮ ਉਹਨੇ ਹੀ ਜਾ ਕੇ ਪ੍ਰਵੋਕ ਕੀਤਾ ਸੀਗਾ ਇਹ ਮੈਸੇਜ, ਉਹਨਾਂ ਅਥਾਰਟੀ ਤੱਕ ਲੈ ਕੇ ਗਿਆ ਸੀਗਾ ਕਿ ਅਸੀਂ ਫੀ ਹਾਈਕ ਨਹੀਂ ਹੋਣ ਦੇਣਾ ਚਾਹੁੰਦੇ, ਪਰ ਇਹਦਾ ਕੋਈ ਆਪਾਂ ਪੋਜ਼ਿਟਿਵ ਵੇ ਆਊਟ ਕੱਢੀਏ। ਉਹਨੇ ਇਹ ਗੱਲ ਕਹੀ ਸੀਗਾ ਕਿ ਹਾਂ ਜੇ ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈਗਾ ਤਾਂ ਆਪਾਂ ਜਾ ਕੇ ਸਾਰੀਆਂ ਸਰਕਾਰਾਂ ਕੋਲ ਹੀ ਜਾ ਕੇ ਆਪਾਂ ਇਕੱਠੇ ਜਾ ਕੇ ਇਸ ਚੀਜ਼ ਦੀ ਡਿਮਾਂਡ ਕਰ ਸਕਦੇ ਹਾਂ, ਰੈਦਰ ਦੈਨ ਕਿ ਤੁਸੀਂ ਸਾਡੇ ਤੇ 1100% ਫੀ ਹਾਈਕ ਕਰੋ। ਔਰ ਉਹਦੇ ਲਈ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸੀਗੇ ਤੇ ਉਹ ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਕੇ ਆਇਆ ਸੀਗਾ ਕਿ ਨੈਕਸਟ ਸੀਐਮ ਜਿਹੜਾ ਵੀ ਹੋਏਗਾ ਘੱਟੋ ਘੱਟ ਉਹ ਸਾਡੀ ਯੂਨੀਵਰਸਿਟੀ ਨੂੰ ਗ੍ਰਾਂਟ ਤਾਂ ਦੇਵੇ। ਔਰ ਉਹਦਾ ਰਿਜ਼ਲਟ ਅਸੀਂ ਦੇਖਿਆ ਇਸ ਵਾਰ। ਉਸ ਤੋਂ ਬਾਅਦ ਫਾਈਨਾਂਸ ਮਿਨਿਸਟਰ ਨੂੰ ਵੀ ਅਸੀਂ ਮੈਮੋਰੈਂਡਮ ਦੇ ਕੇ ਆਏ ਤੇ 26 ਕਰੋੜ ਤੋਂ ਇਸ ਵਾਰ 33 ਕਰੋੜ ਗ੍ਰਾਂਟ ਹੋਈ ਹੈ। ਕਿਹਦੀ ਬਦੌਲਤ ਹੋਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਜੇ ਕਾਉਂਸਲ ਨੇ ਇਨੀਸ਼ੀਏਟਿਵ ਲਏ ਸੀ ਤਾਂ ਜਾ ਕੇ 7 ਕਰੋੜ ਗ੍ਰਾਂਟ ਵਧੀ ਹੈ। अच्छा, आपने स्टार्टिंग में बोला था कि ये स्टूडेंट पार्टी है, उसके बाद ही आप कैप्टन अमरिंदर के पास और केजरीवाल से मिलने गए। उस टाइम पे आपने किसी को कुछ क्लियर नहीं किया था कि आप वहाँ पे क्या करने जा रहे हैं और किस रिगार्डिंग? तब तक फ़ी हाइक का मुद्दा नहीं उठा था, वो किस लिए था? ਫੀ ਹਾਈਕ ਦਾ ਮੁੱਦਾ ਮੈਮ ਕਦੇ ਇਹ ਨਹੀਂ ਹੈਗਾ ਕਿ ਐਤਕੀ ਉੱਠਿਆ। ਫੀ ਹਾਈਕ ਦਾ ਮੁੱਦਾ ਹਰ ਸਾਲ ਹੀ ਉੱਠਦਾ। ਹਰ ਸਾਲ ਹੀ ਸਾਨੂੰ ਮਤਲਬ ਯੂਨੀਵਰਸਿਟੀ ਅਥਾਰਟੀਜ਼ ਆ ਕੇ ਕਹਿ ਦਿੰਦੀਆਂ ਨੇ ਕਿ ਇਸ ਵਾਰ ਇੰਨੇ % ਫੀ ਹਾਈਕ ਹੋ ਗਏ, ਇਸ ਵਾਰ ਇੰਨੇ %, ਇਸ ਵਾਰ ਆਪਣਾ ਇੰਨੇ ਫੰਡ ਦੀ ਘਾਟ ਹੋ ਰਹੀ ਹੈ, ਕਦੇ ਕੁਛ ਹਰ ਸਾਲ ਹੀ। ਉਸ ਤੋਂ ਪਿਛਲੇ ਸਾਲ ਵੀ ਤਾਂ ਜਦੋਂ ਨਰਿੰਦਰ ਪਟਿਆਲ ਨਾਲ ਸਾਡਾ ਝਗੜਾ ਹੋਇਆ ਸੀਗਾ, ਕਿਹੜੀ ਗੱਲ ਕਰਕੇ ਹੋਇਆ ਸੀਗਾ? ਜਦੋਂ ਅਸੀਂ ਫੀ ਹਾਈਕ ਦੇ ਅਗੇਂਸਟ ਪ੍ਰੋਟੈਸਟ ਕਰਦੇ ਪਏ ਸੀ, ਐਡਮਿਨ ਬਲਾਕ ਦੇ ਬਾਹਰ ਆ ਕੇ ਉਹਨੇ ਆ ਕੇ ਸਾਡੇ ਉੱਤੇ ਗਾਲੀ ਗਲੋਚ ਕੀਤਾ ਸੀ, ਲਾਠੀ ਚਾਰਜ ਕਰਤਾ ਸੀਗਾ। ਉਦੋਂ ਵੀ ਤਾਂ ਫੀ ਹਾਈਕ ਦੇ ਰੌਲਾ ਸੀਗਾ। ਤਾਂ ਆਹ ਗ੍ਰਾਂਟਸ ਦੀ ਗੱਲ ਕਰਨੀ ਅਸੀਂ ਜਾ ਰਹੇ ਸੀਗੇ, ਕੋਈ ਇਹ ਨਹੀਂ ਹੈਗਾ ਕਿ ਅਸੀਂ ਕੋਈ ਆਪਦਾ ਪਰਸਨਲ ਬੈਨੀਫਿਟ ਲੈਣ ਜਾ ਰਹੇ ਸੀ। ਪਰਸਨਲ ਬੈਨੀਫਿਟ ਲੈਣ ਲਈ ਜੇ ਕੋਈ ਗਿਆ ਹੁੰਦਾ ਤਾਂ ਅੱਜ ਸਾਡੇ ਉੱਤੇ ਵੀ ਸਟਿੱਕਰ ਨੀਲੇ ਜਾਂ ਪੀਲੇ ਲੱਗੇ ਹੁੰਦੇ। ਅੱਜ ਵੀ ਅਸੀਂ ਲਾਲ ਸਟਿੱਕਰ ਲਾ ਕੇ ਖੜੇ ਹੋਏ ਹਾਂ ਇੱਥੇ। लेकिन ये तो बच्चों को मिसलीड करना हुआ ना कि आप कह रहे हो कि एक तरफ से कि आप नॉन पॉलिटिकल पार्टी और फिर आप अगले ही दिन पॉलिटिकल लीडर्स के पास जा रहे हो। क्या आपने कोई मेमोरेंडम दिया उनको?
ਬਿਲਕੁਲ ਮੈਮ ਮੈਮੋਰੈਂਡਮ ਦਿੱਤਾ ਹੈ ਉਹਨਾਂ ਨੂੰ ਬਕਾਇਦਾ। ਸਾਡੀ ਸਪੀਚ ਵੀ ਤੁਸੀਂ ਜਾ ਕੇ ਸੁਣ ਲਓ ਜਿਸ ਟਾਈਮ ਅਸੀਂ ਬੋਲਦੇ ਪਏ ਹਾਂ ਕਿ ਹਾਂ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਕਾਂਗਰਸ ਪਾਰਟੀ ਤੋਂ। ਇਹੀ ਗੱਲ ਅਸੀਂ ਉਹਨੂੰ ਕੇਜਰੀਵਾਲ ਸਾਹਿਬ ਨੂੰ ਵੀ ਕਹੀ ਸੀ ਕਿ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਤੁਹਾਡੇ ਤੋਂ, ਸਾਡੀ ਡਿਮਾਂਡ ਇੱਕੋ ਹੀ ਹੈ ਕਿ ਜਿੰਨਾ ਸਾਡਾ ਪੁਰਾਣਾ ਫੰਡ ਰੁਕਿਆ ਪਿਆ ਹੈ ਇੱਕ ਤਾਂ ਉਹ ਪੂਰਾ ਕੀਤਾ ਜਾਵੇ। ਦੂਸਰੀ ਚੀਜ਼ ਇਹ ਕਿ ਇਹ ਗ੍ਰਾਂਟ ਬੜੇ ਸਾਲਾਂ ਤੋਂ ਇੱਥੇ ਹੀ ਖੜੀ ਹੋਈ ਹੈ 26 ਕਰੋੜ ਦੀ, ਇਸ ਚੀਜ਼ ਨੂੰ ਵਧਾਇਆ ਜਾਵੇ ਔਰ ਉਹ ਚੀਜ਼ ਵਧੀ ਵੀ ਹੈ। कुछ दिन पहले एग्जाम डेज में जो साउथ कैंपस है उसमें इलेक्ट्रिसिटी की बहुत ज़्यादा प्रॉब्लम थी, वहाँ पे इलेक्ट्रिसिटी कट्स थे और उसके बाद बच्चों को पढ़ाई करने में बहुत ज़्यादा दिक्कत आ रही थी। उस टाइम आपकी पार्टी पावर में थी तो आपने उसके लिए क्या किया? ਉਸ ਟਾਈਮ ਵੀ ਅਸੀਂ ਇੱਕ ਮੈਮੋਰੈਂਡਮ ਵੀ ਦਿੱਤਾ ਸੀਗਾ, ਨਾਲ ਦੀ ਨਾਲ DSW ਨੂੰ ਜਾ ਕੇ ਅਸੀਂ ਖੁਦ ਜਾ ਕੇ ਕਿਹਾ ਸੀਗਾ ਕਿ ਉੱਥੇ ਇਨਵਰਟਰਸ ਦੀ ਘੱਟੋ ਘੱਟ ਫੈਸਿਲਿਟੀ ਦਿੱਤੀ ਜਾਵੇ। ਪਿਛਲੇ 3 ਸਾਲਾਂ ਤੋਂ ਲਗਾਤਾਰ ਸਾਊਥ ਕੈਂਪਸ ਦੇ ਵਿੱਚ ਪ੍ਰੋਬਲਮ ਆਉਂਦੀ ਪਈ ਹੈ ਔਰ ਜਨਰੇਟਰ ਦੀ ਪ੍ਰੋਵੀਜ਼ਨ ਵੀ ਅਸੀਂ 8 ਨੰਬਰ ਮੁੰਡਿਆਂ ਦੇ ਹੋਸਟਲ ਵਿੱਚ ਅਸੀਂ ਕਰਵਾਈ ਸੀਗੀ ਉਸ ਟਾਈਮ ਦੇ ਉੱਤੇ। तो इस बार जब बच्चों को दिक्कत हुई क्या तब इन्वर्टर लगवा दिए थे उन्होंने? ਤਾਂ ਮੈਮ ਅਸੀਂ ਉਹ ਪ੍ਰਪੋਜ਼ਲ ਅਜੇ ਵੀ ਚੱਲਿਆ ਪਰ ਟੈਂਪਰੇਰੀ ਲੈਵਲ ਦੇ ਉੱਤੇ ਉਹਨਾਂ ਨੇ ਇੱਕ ਰੀਡਿੰਗ ਰੂਮ ਦੇ ਵਿੱਚ ਇਹ ਪ੍ਰੋਵੀਜ਼ਨ ਜ਼ਰੂਰ ਦਿੱਤੀ ਸੀ ਕਿ ਉੱਥੇ AC ਪੱਖੇ ਤੇ ਆਪਣਾ ਲਾਈਟਸ ਦੀ ਪ੍ਰੋਵੀਜ਼ਨ ਹੋਵੇ। ਇਹ ਚੀਜ਼ ਹੋ ਗਈ ਸੀ ਉੱਥੇ। अच्छा, जो आपने उनको मेमोरेंडम गवर्नर को दिया वो अभी कुछ दिन पहले एक मेमोरेंडम दिया गया इलेक्ट्रिसिटी को लेके, तो ऐसा क्यों होता है कि मेमोरेंडम सिर्फ इलेक्शन के दिनों में ही दिए जाते हैं और उससे पहले नहीं? ये पब्लिसिटी स्टंट है, वोटों के लिए है या आपको सच में बच्चों की फिक्र है? ਥਰੂ ਆਊਟ ਦੀ ਈਅਰ ਕਿੰਨੀ ਵਾਰੀ ਅਸੀਂ ਗਵਰਨਰ ਨੂੰ ਮਿਲ ਚੁੱਕੇ ਹਾਂ, ਘੱਟੋ ਘੱਟ 4 ਵਾਰੀ ਗਵਰਨਰ ਸਾਹਿਬ ਨੂੰ ਅਸੀਂ ਮਿਲ ਚੁੱਕੇ ਹਾਂ। ਕਦੇ ਉਹ ਸੀਗਾ ਕਿ 68 ਬੱਚਾ ਤੇ ਜਦੋਂ ਕੇਸ ਪਿਆ ਉਹ ਕੇਸ ਵਾਪਸ ਲਿਆ ਜਾਵੇ, ਉਹਦੇ ਲਈ ਵੀ ਅਸੀਂ ਮਿਲ ਕੇ ਆਏ ਹਾਂ। ਫਿਰ ਉਸ ਤੋਂ ਬਾਅਦ 'ਚ ਹੋਇਆ ਸੀ ਗਰਲਸ ਦੀ ਸੇਫਟੀ ਦਾ ਇਸ਼ੂ, ਉਹਦੇ ਰਿਗਾਰਡਿੰਗ ਵੀ ਅਸੀਂ ਮਿਲ ਕੇ ਆਏ। ਉਹ ਵੋਟਾਂ ਦੇ ਦਿਨ ਨਹੀਂ ਸੀ, ਵੋਟਾਂ ਤੋਂ ਪਹਿਲਾਂ ਦੀਆਂ ਗੱਲਾਂ ਨੇ। ਹੁਣ ਜੇ ਅਸੀਂ ਇਲੈਕਟ੍ਰਿਸਿਟੀ ਦੇ ਰਿਗਾਰਡਿੰਗ ਮਿਲ ਕੇ ਆਏ ਹਾਂ ਤਾਂ ਇਹ ਕੋਈ ਵੋਟਾਂ ਦੇ ਦਿਨਾਂ ਕਰਕੇ ਨਹੀਂ ਹੈਗੇ। ਇਹ ਤਾਂ ਸਾਡਾ ਕੰਮ ਹੈ ਕਿ ਹਾਂ ਅਸੀਂ ਕਰਦੇ ਹੀ ਰਹਿਣਾ ਸਟੂਡੈਂਟ ਦੇ ਲਈ। ਇਹ ਹਮੇਸ਼ਾ ਸਾਰੇ ਸਾਲ ਹੀ ਪੁੱਛੋ ਨੇ ਇਸ ਵਾਰੀ ਕੀਤਾ। ਕਦੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਮਿਲੇ ਨੇ ਕਿ ਫੰਡਸ ਮਿਲ ਜਾਣ, ਕਦੇ ਉਹ ਗਵਰਨਰ ਨੂੰ ਮਿਲਦੇ ਪਏ ਨੇ ਕਿ ਝੂਠੇ ਕੇਸ ਵਾਪਸ ਲਏ ਜਾਣ, ਕਦੇ ਉਹ ਕੇਜਰੀਵਾਲ ਨੂੰ ਮਿਲਦੇ ਪਏ ਨੇ ਕਿ ਹਾਂ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਪੰਜਾਬ ਯੂਨੀਵਰਸਿਟੀ ਲਈ ਕੀ ਫਾਇਦਾ ਦਿਓਗੇ। ਤਾਂ ਫਿਰ ਇਹਦੇ ਵਿੱਚ ਇਹ ਕੀ ਗੱਲ ਹੈ ਕਿ ਇਲੈਕਸ਼ਨ ਦੇ ਦਿਨਾਂ ਵਿੱਚ ਹੀ ਆਉਂਦੇ ਹਾਂ ਥੋੜ੍ਹਾ ਜਿਹਾ ਹੋ ਜਾਂਦਾ ਕਿ ਥੋੜ੍ਹੇ ਜ਼ਿਆਦਾ ਐਕਟਿਵ ਹੋ ਜਾਂਦੇ ਨੇ, ਜ਼ਿਆਦਾ ਲੋਕ ਬਾਹਰ ਦਿਖਣ ਲੱਗ ਪੈਂਦੇ ਨੇ। ਨਹੀਂ ਤਾਂ ਥਰੂ ਆਊਟ ਦੀ ਈਅਰ ਕੁਝ ਫੇਸ ਤਾਂ ਐਵੇਂ ਦੇ ਹੁੰਦੇ ਨੇ ਜਿਹੜੇ ਸਾਰਾ ਸਾਲ ਕੰਮ ਕਰਦੇ ਰਹਿੰਦੇ ਨੇ। ਜਦੋਂ ਰੋਲ ਨੰਬਰ ਦੀ ਗੱਲ ਆਈ ਸੀਗੇ ਕਿੰਨੇ ਬੱਚਿਆਂ ਦੇ ਰੋਲ ਨੰਬਰ ਰੁਕਦੇ ਪਏ ਸੀਗੇ, ਉਦੋਂ ਵੀ ਰਾਤ ਨੂੰ 11 ਵਜੇ ਤੱਕ ਅਸੀਂ ਜਾਗਦੇ ਹੁੰਦੇ ਸੀਗੇ। DOE ਦੇ ਘਰੋਂ ਜਾ ਕੇ ਵੀ ਅਸੀਂ ਰੋਲ ਨੰਬਰ ਉਹਨਾਂ ਦੇ ਕਰਵਾ ਕੇ ਦਿੰਦੇ ਹੁੰਦੇ ਸੀ ਕਿ ਸਵੇਰੇ ਬੱਚੇ ਦਾ ਪੇਪਰ 9 ਵਜੇ ਉਹਦਾ ਪੇਪਰ ਨਾ ਰੁਕ ਜਾਵੇ ਕਿਸੇ ਤਰੀਕੇ। ਤਾਂ ਇਹਦੇ ਵਿੱਚ ਇਹ ਤਾਂ ਕਿਤੇ ਵੀ ਗੱਲ ਨਹੀਂ ਹੈਗੀ ਕਿ ਅਸੀਂ ਇਲੈਕਸ਼ਨ ਦੇ ਦਿਨਾਂ ਵਿੱਚ ਆਉਂਦੇ ਹਾਂ, ਸਾਰਾ ਸਾਲ ਹੀ ਅਸੀਂ ਬੱਚਿਆਂ ਦੇ ਵਿੱਚ ਹੁੰਦੇ ਹਾਂ। अच्छा, अभी जब विमेन सेफ्टी की बात हुई थी तो पुसू पार्टी से एक बयान आया था कि कुड़िया जांदिया ने केंदिया ने लाइब्रेरी जांदिया ने डिस्को, उसके बारे में आप क्या कहना चाहेंगे? ਨਹੀਂ ਮੈਮ ਇੱਦਾਂ ਦੀ ਕੋਈ ਗੱਲ ਨਹੀਂ ਕਿ ਕੁਛ ਇੱਕ ਬੱਚਿਆਂ ਕਰਕੇ ਆਪਾਂ ਪੂਰੀ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਇੱਦਾਂ ਦਾ ਬਲੇਮ ਦਈਏ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕੁਛ ਬੱਚੇ ਹੁੰਦੇ ਨੇ ਚਾਹੇ ਉਹ ਇੱਦਾਂ ਦਾ ਕੁਛ ਕਰਦੇ ਵੀ ਹੋਣਗੇ ਪਰ ਇੱਦਾਂ ਸਾਹਮਣੇ ਕੋਈ ਵੀ ਨਹੀਂ ਹੈਗਾ, ਸ਼ਰੇਆਮ ਕੋਈ ਕਰਦਾ ਹੋਏਗਾ ਜਾਂ ਕੁਛ। तो ये स्टेटमेंट आपकी पार्टी से आई थी तो इसीलिए आपको क्लैरिफाई अगर इसके बारे में कुछ करना हो तो? ਹਾਂ ਮੈਮ ਇੱਦਾਂ ਦੀ ਮੈਂ ਉਹੀ ਗੱਲ ਕਹਿੰਦਾ ਨਾ ਕਿ ਜਿਹੜੇ ਬੱਚੇ ਸਿੰਸੀਅਰ ਹੁੰਦੇ ਨੇ, ਜਿਹੜੇ ਪੜ੍ਹਨ ਵਾਲੇ ਹੁੰਦੇ ਨੇ, ਉਹਨਾਂ ਨੇ ਪੜ੍ਹਨਾ ਹੀ ਹੁੰਦਾ। ਉਹ ਹੋਸਟਲ ਬੈਠ ਕੇ ਵੀ ਪੜ੍ਹਦੇ ਨੇ ਪਰ ਉਹਨਾਂ ਨੂੰ ਜੇ ਆਪਾਂ ਫੈਸਿਲਿਟੀ ਲਾਇਬ੍ਰੇਰੀ ਦੀ ਦਿਵਾ ਸਕਦੇ ਹਾਂ ਤਾਂ ਉੱਥੇ ਸਾਨੂੰ ਖੜਨਾ ਚਾਹੀਦਾ। ਔਰ ਉਹ ਅਸੀਂ ਹਮੇਸ਼ਾ ਹੀ ਕੀਤਾ ਸੀਗਾ। ਲਾਇਬ੍ਰੇਰੀ ਨੂੰ ਅਸੀਂ 24 ਘੰਟੇ ਰੀਡਿੰਗ ਰੂਮ ਨੂੰ ਜਿਹੜਾ ਖਲਵਾਇਆ ਸੀ ਨਾ, ਉੱਥੇ ਜਿਹੜੇ AC ਦੀ ਫੈਸਿਲਿਟੀ ਕਰਵਾਈ ਸੀਗੀ ਉਹ ਪੂਸੂ ਨੇ ਹੀ ਕਰਵਾਈ ਸੀ ਕਿ 24 घंटे ਚੱਲ। लाइब्रेरी का एक अलग इशू ये कि आपने स्टेटमेंट ये आई कि केंदिया ने लाइब्रेरी जांदिया ने डिस्को, दैट इज अ वेरी कंट्रोवर्शियल स्टेटमेंट टू गिव। ਪਰ ਇਦਾਂ ਦੀ ਕੋਈ ਮੈਂ ਉਹੀ ਗੱਲ ਕਹਿਣਾ ਨਾ, ਕੁਛ ਇੱਕ ਬੱਚਿਆਂ ਕਰਕੇ ਆਪਾਂ ਸਾਰੀਆਂ ਕੁੜੀਆਂ ਨੂੰ ਬਲੇਮ ਨਹੀਂ ਕਰ ਸਕਦੇ। ਕਈ ਮੁੰਡੇ ਵੀ ਇਦਾਂ ਦੇ ਹੋ ਸਕਦੇ ਨੇ ਜਿਹੜੇ ਕੁਛ ਨਸ਼ੇ ਕਰਦੇ ਹੋਣਗੇ, ਕੁਛ ਹੋਰ ਕਰਦੇ ਹੋਣਗੇ, ਪਰ ਇਹਦੇ ਨਾਲ ਇਹ ਥੋੜਾ ਵੀ ਆਪਾਂ ਸਾਰੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਭੰਡ ਦਈਏ। ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਸਾਰੀਆਂ ਕੁੜੀਆਂ ਜਾਂ ਸਾਰੇ ਮੁੰਡਿਆਂ ਨੂੰ ਇੱਕੋ ਤੱਕੜੀ 'ਚ ਤੋਲ। तो आपकी स्टेटमेंट से, आपकी पार्टी से ऐसी स्टेटमेंट क्यों आई? ਤਾਂ ਮੈਂ ਤਾਂ ਉਸ ਚੀਜ਼ ਨੂੰ ਕਲੈਰੀਫਾਈ ਕਰ ਰਿਹਾ ਨਾ ਵੀ ਹਾਂ ਕੁਛ ਇੱਕ ਬੱਚਿਆਂ ਕਰਕੇ ਆਪਾਂ ਸਾਰਿਆਂ ਨੂੰ ਬਲੇਮ ਨਹੀਂ ਕਰ ਸਕਦੇ। ਉਸ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ ਉਹੀ ਚੀਜ਼ ਹੀ ਮੈਂ ਕਹਿ ਰਿਹਾ ਕਿ ਕੁਛ ਇੱਕ ਬੱਚਾ ਕਰਕੇ ਮੰਨ ਲਓ ਹੁਣ ਇੱਕ ਕਲਾਸ ਹੈ 50 ਬੱਚਿਆਂ ਦੀ ਕਲਾਸ ਹੈ, ਉਹਦੇ ਵਿੱਚੋਂ 10 ਬੱਚੇ ਫੇਲ ਹੁੰਦੇ ਪਏ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਸਾਰੀ ਕਲਾਸ ਹੀ ਨਾ ਲੈ ਕੇ 40 ਬੱਚੇ ਪਾਸ ਵੀ ਤਾਂ ਹੁੰਦੇ ਪਏ ਨੇ। ਇਹੀ ਕੁਛ ਯੂਨੀਵਰਸਿਟੀ ਦੇ ਵਿੱਚ ਹੈ ਮੈਮ। अच्छा, सारा साल जब निशांत प्रेसिडेंट थे PUCSE में, उस टाइम पे कहा जाता था कि जो भी काम है वो सब नवल करा रहे हैं, निशांत इज जस्ट अ पपेट ऑफ नवल। इस बारे में आप क्या कहेंगे? नहीं बिल्कुल नहीं मैम। निशांत ਦੀ ਆਪਣੀ ਇੱਕ ਇੰਡੀਵਿਜੂਅਲ ਆਇਡੈਂਟੀਟੀ ਹੈ। ਨਿਸ਼ਾਂਤ ਨੇ ਬਹੁਤ ਕੰਮ ਕੀਤਾ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਲਈ। 2006 ਤੋਂ ਪੂਸੂ ਪਾਰਟੀ ਦੇ ਨਾਲ ਜੁੜਿਆ ਹੋਇਆ ਤੇ ਹੁਣ ਤੱਕ ਉਹਨੇ ਹਜ਼ਾਰਾਂ ਕੰਮ ਕਰਵਾਏ ਨੇ ਯੂਨੀਵਰਸਿਟੀ ਦੇ ਵਿੱਚ। ਪਤਾ ਨਹੀਂ ਕਿੰਨੇ ਬੱਚਿਆਂ ਦੇ ਉਹਨੇ ਰੋਲ ਨੰਬਰ ਰੁਕੇ ਕਰਵਾਤੇ ਨੇ। 25 ਕੈਂਪਸ ਦੇ ਵਿੱਚ ਆਡੀਟੋਰੀਅਮ ਸੀਗਾ ਜਿਹੜਾ ਕਿੰਨੇ ਸਾਲਾਂ ਤੋਂ ਲਟਕਿਆ ਪਿਆ ਸੀ, ਇਸ ਵਾਰ ਉਹ ਫਾਈਨਲ ਟੱਚ ਦੇ ਉੱਤੇ ਆ ਗਿਆ। ਆ ਹਾਕੀ ਟਰਫ ਕਦੋਂ ਦੀ ਬੰਦ ਪਈ ਹੋਈ ਸੀਗੀ, ਇਸ ਵਾਰ ਉਹਨੇ ਮਗਰ ਪੈ ਕੇ ਇਹਨੂੰ ਕੰਪਲੀਟ ਕਰਵਾਇਆ।
ਸਾਡੀ ਕ੍ਰਿਕ ਬੱਸ ਦੀ ਸਰਵਿਸ ਇੱਥੇ ਅੰਦਰ ਉਹਨੇ ਵਧਵਾਈ ਹੈ। 10 ਨੰਬਰ ਹੋਸਟਲ ਜਿਹਨੂੰ ਉਮੀਦ ਵੀ ਨਹੀਂ ਸੀਗਾ ਕਿ 1.5 ਸਾਲ ਤੱਕ ਉੱਥੇ ਕੰਮ ਹੋ ਪਾਏਗਾ, ਪਰ ਅਗਲੇ ਮਹੀਨੇ ਉਹਦੀ ਆਪਣੀ ਇਨੋਗ੍ਰੇਸ਼ਨ ਹੋਣ ਜਾ ਰਹੀ ਹੈ। इस सब के पीछे आपका कोई हाथ नहीं था? ਇਹ ਸਭ ਇੱਕ ਟੀਮ ਵਰਕ ਹੁੰਦਾ ਮੈਮ, ਇਹ ਨਹੀਂ ਕਹਿ ਸਕਦੇ ਹੁੰਦੇ ਕਿ ਤੁਹਾਡਾ ਹੱਥ ਨਹੀਂ ਜਾਂ ਉਹਦਾ ਹੱਥ ਨਹੀਂ, ਇਹ ਕਿੱਦਾਂ ਹੋ ਸਕਦਾ ਹੁੰਦਾ ਹੈ। ਪੂਸੂ ਨੂੰ ਜੇ ਮੈਂ ਇੰਨੇ ਸਾਲਾਂ ਤੋਂ ਲੀਡ ਕਰਦਾ ਪਿਆ, ਨਾਲ ਚੱਲਦਾ ਪਿਆ, ਤੇ ਇਹਦਾ ਮਤਲਬ ਇਹ ਥੋੜਾ ਕਿ ਮੇਰਾ ਕੋਈ ਰੋਲ ਨਹੀਂ। ਪਰ ਜੇ ਨਿਸ਼ਾਂਤ ਕਾਉਂਸਲ ਇਲੈਕਸ਼ਨ ਜਿੱਤਿਆ ਤੇ ਇਹਦੇ ਵਿੱਚ ਨਿਸ਼ਾਂਤ ਦਾ ਆਪਣਾ ਵੀ ਰੋਲ ਤਾਂ ਹੈਗਾ ਨਾ, ਇੱਕ ਟੀਮ ਵਰਕ ਹੁੰਦਾ ਮੈਮ ਇਹ। We'll meet some another senior leader and talk to them and get to the bottom line with Apurva. Thank you.